वाहेगुरु साहिब जी। माड़ा गेट खुला दो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जब लो नहीं भाग लिलार उदय तब लो भ्रमते फिरते बहुताया कल घोर समुद्र में बूढ़त थे कबहू मिट है नहीं रे पछुताया तत विचार यह मथुरा जग तारन को अवतार बनाया जपया जिन अर्जुन देव गुरु फिर संकट जोन गर्भ न आया कहाँ बुद्ध प्रभु तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी। आसन प्रेम माहड़ा क्यों मिलिया हर जाए। वाहिगुरु जी का खालसा वाहिगुरु जी की फतेह। परम सन्मान योग सतगुरां दी साजी निवाजी गुरु रूप गुरु खालसा गुर संगत जीओ। आपां सरबत गुरु कीआं संगतां साहिब श्री गुरु अर्जुन देव महाराज जी द्वारा चलाई हुई मर्यादा के अनुसार पावन संगरांद के दिहाड़े नूं मुख रखदियां होयां गुरु के दरबार पहुँच करके पावन बाणी नूं श्रवण कीता है। क्योंकि साहिब श्री गुरु अर्जुन देव महाराज जी ने एक मर्यादा चलाई। एक समा ऐसा आया क्योंकि कोई भी जिहड़ी घटना है
ਕੋਈ ਵੀ ਜਿਹੜਾ ਕੰਮ ਆਪਾਂ ਕਰਦੇ ਹਾਂ ਉਸ ਦੇ ਪਿੱਛੇ ਕੋਈ ਨਾ ਕੋਈ ਘਟਨਾ ਜ਼ਰੂਰ ਹੁੰਦੀ ਹੈ। ਇਹ ਜਿਹੜਾ ਸੰਗਰਾਂਦ ਦਾ ਦਿਹਾੜਾ ਆਪਾਂ ਮਨਾਉਣੇ ਆ, ਇਹ ਕਿਵੇਂ ਸ਼ੁਰੂ ਹੋਇਆ? ਇਤਿਹਾਸ ਤੋਂ ਪੜ੍ਹਨ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਇੱਕ ਪੰਡਤ ਵਿਦਿਆ ਪੜ੍ਹਿਆ ਹੋਇਆ ਬ੍ਰਾਹਮਣ ਸਤਿਗੁਰਾਂ ਦੇ ਪਾਸ ਆਇਆ ਤੇ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬਾਨ ਜੀਓ, ਮੈਂ ਬਹੁਤ ਵਿਦਿਆ ਪੜ੍ਹਿਆ ਹੋਇਆ ਵਾਂ, ਬੜੇ ਵੇਦ ਸ਼ਾਸਤਰ ਪੜ੍ਹੇ ਨੇ, ਪਰ ਮੇਰੀ ਕੋਈ ਕਥਾ ਨਹੀਂ ਸੁਣਦਾ। ਤੁਸੀਂ ਜੇ ਕਿਰਪਾ ਕਰੋ, ਮੈਂ ਤੁਹਾਡੇ ਪਾਸ ਇੱਥੇ ਰਹਿ ਕਰਕੇ ਤੁਹਾਡੀਆਂ ਸੰਗਤਾਂ ਨੂੰ ਕਥਾ ਸੁਣਾਇਆ ਕਰਾਂਗਾ ਤੇ ਨਾਲ ਹੀ ਜਦੋਂ ਇਹ ਸੰਗਰਾਂਦ ਦਾ ਜਦੋਂ ਮਹੀਨਾ ਸ਼ੁਰੂ ਹੋਇਆ ਕਰੇਗਾ, ਉਸ ਦਿਨ ਵੀ ਮੈਂ ਸੰਗਤਾਂ ਨੂੰ ਜਿਹੜਾ ਫਲਾ ਆਦੇਸ਼ ਹੈ, ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਇਹ ਮੰਨਿਆ ਜਾਂਦਾ ਸੀ ਕਿ ਜੇ ਤੁਸੀਂ ਮਹੀਨੇ ਦੀ ਪ੍ਰਾਰੰਭਤਾ ਬਿਨਾਂ ਕਿਸੇ ਤੋਂ ਪੁੱਛਿਆ ਸ਼ੁਰੂ ਕਰਦੇ ਹੋ ਤੇ ਤੁਹਾਡਾ ਉਹ ਮਹੀਨਾ ਸਫਲਾ ਨਹੀਂ ਹੋਵੇਗਾ। ਤੇ ਉਸੇ ਪ੍ਰਕਾਰ ਉਸ ਵਿਦਵਾਨ ਪੰਡਤ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਮੈਨੂੰ ਮੌਕਾ ਦਿਓ, ਮੈਂ ਸੰਗਤਾਂ ਨੂੰ ਕਥਾ ਸੁਣਾ ਦਿਆ ਕਰਾਂਗਾ ਤੇ ਨਾਲ ਹੀ ਜਿਹੜਾ ਮਹੀਨਾ ਜਦੋਂ ਸ਼ੁਰੂ ਹੁੰਦਾ ਹੈ ਉਸ ਦਾ ਜਿਹੜਾ ਫਲਾ ਆਦੇਸ਼ ਹੈ, ਭਾਵ ਇਸ ਮਹੀਨੇ ਦੇ ਅੰਦਰ ਕਿਹੜੇ ਕਿਹੜੇ ਕੰਮ ਕਰਨੇ ਨੇ ਤੇ ਕਿਹੜੇ ਨਹੀਂ ਕਰਨੇ, ਉਹਦੀ ਜਾਣਕਾਰੀ ਦੇ ਦਿਆ ਕਰਾਂਗਾ। ਸਤਿਗੁਰਾਂ ਨੇ ਉਸ ਪੰਡਤ ਬ੍ਰਾਹਮਣ ਦੀ ਬੇਨਤੀ ਮੰਨ ਕੇ ਉਸ ਨੂੰ ਜਿਹੜੀ ਕਥਾ ਸੁਣਾਉਣੀ, ਕਥਾ ਕਰਨੀ, ਉਸ ਨੇ ਪ੍ਰਾਰੰਭ ਕਰ ਦਿੱਤੀ। ਸਮਾਂ ਪੈਂਦਿਆਂ ਪੈਂਦਿਆਂ ਇੱਕ ਦਿਨ ਐਸਾ ਆਇਆ ਜਦੋਂ ਚੇਤ ਮਹੀਨੇ ਦੀ ਪਹਿਲਾ ਮਹੀਨਾ ਜਿਹੜਾ ਚੇਤ ਮੰਨਿਆ ਜਾਂਦਾ ਹੈ, ਉਹ ਮਹੀਨੇ ਦੀ ਜਦੋਂ ਸੰਗਰਾਂਦ ਆਈ ਤੇ ਉਹ ਜਿਹੜਾ ਪੰਡਤ ਵਿਦਵਾਨ ਬ੍ਰਾਹਮਣ ਸੀ ਉਹ ਕਥਾ ਕਰਨ ਨਾ ਆਇਆ। ਸੰਗਤਾਂ ਸਭ ਉਡੀਕ ਰਹੀਆਂ ਸੀ। ਸਤਿਗੁਰਾਂ ਨੇ ਵੀ ਪੁੱਛਿਆ ਕਿ ਉਹ ਜਿਹੜਾ ਪੰਡਤ ਵਿਦਵਾਨ ਹਰ ਮਹੀਨੇ ਕਥਾ ਕਰਨ ਆਉਂਦਾ ਸੰਗਰਾਂਦ ਦੀ, ਉਹ ਅੱਜ ਕਿਉਂ ਨਹੀਂ ਆਇਆ? ਜਾ ਕੇ ਉਸ ਦਾ ਪਤਾ ਲੈ ਕੇ ਆਵੋ ਕਿ ਕੀ ਗੱਲ ਹੈ। ਗੁਰੂ ਘਰ ਦੇ ਜਿਹੜੇ ਪ੍ਰੇਮੀ ਸਿਆਣੇ ਗੁਰਸਿੱਖ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਆਦਿਕ ਉਸ ਪੰਡਤ ਬ੍ਰਾਹਮਣ ਨੂੰ ਬੁਲਾਉਣ ਦੇ ਲਈ ਉਸ ਦੇ ਘਰ ਗਏ ਤੇ ਜਾ ਕੇ ਆਖਿਆ ਕਿ ਪੰਡਤ ਜੀ, ਸੰਗਤਾਂ ਉਡੀਕ ਰਹੀਆਂ ਨੇ, ਆ ਕੇ ਕਥਾ ਸੁਣਾਵੋ। ਤੇ ਉਹ ਜਿਹੜਾ ਵਿਦਵਾਨ ਸੀ ਉਸ ਨੇ ਬੜੇ ਹੰਕਾਰ ਭਰੇ ਬਚਨ ਆਖੇ। ਕਹਿੰਦੇ ਕਿ ਜਿਹੜੀ ਇਹ ਸੰਗਤ ਜੁੜਦੀ ਹੈ ਉਹ ਮੇਰੇ ਕਰਕੇ ਜੁੜਦੀ ਹੈ। ਤੁਹਾਡੇ ਗੁਰੂ ਨੂੰ ਕਹਿੰਦੇ ਕਥਾ ਵੀ ਨਹੀਂ ਆਉਂਦੀ, ਉਹ ਨਹੀਂ ਸੁਣਾ ਸਕਦੇ ਆਪਣੀਆਂ ਸੰਗਤਾਂ ਨੂੰ। ਬੜੇ ਕੌੜੇ ਬਚਨ ਉਸ ਪੰਡਤ ਨੇ ਵਿਦਵਾਨ ਜਿਹੜੇ ਭਾਈ ਗੁਰਦਾਸ ਸਾਹਿਬ ਆਦਿਕ ਗੁਰਸਿੱਖ ਸੀ ਉਹਨਾਂ ਨੂੰ ਆਖ ਦਿੱਤੇ। ਕਹਿੰਦੇ ਕਿ ਜਾ ਕੇ ਆਪਣੇ ਗੁਰੂ ਨੂੰ ਆਖ ਦਿਓ ਕਿ ਜੇ ਕਥਾ ਕਰਨੀ ਹੈ ਤੇ ਉਹ ਆਪ ਕਰ ਲਵੇ। ਤੇ ਗੁਰਸਿੱਖਾਂ ਨੇ ਉਸੇ ਪ੍ਰਕਾਰ ਆ ਕੇ ਸਤਿਗੁਰਾਂ ਨੂੰ ਇਹ ਗੱਲ ਦੱਸੀ ਕਿ ਉਹ ਪੰਡਤ ਬੜਾ ਹੰਕਾਰੀ ਹੋ ਚੁੱਕਿਆ ਹੈ। ਉਹ ਆਖਦਾ ਹੈ ਕਿ ਮੇਰੇ ਕੋਲ ਆਪਣੇ ਆਪ ਮੇਰੇ ਘਰੇ ਸੰਗਤ ਆਉਂਦੀ ਆ, ਮੈਂ ਤੁਹਾਡੇ ਕੋਲ ਕਥਾ ਕਰਨ ਸ੍ਰੀ ਦਰਬਾਰ ਸਾਹਿਬ ਨਹੀਂ ਆਵਾਂਗਾ। ਤਾਂ ਉਸ ਵੇਲੇ ਸਤਿਗੁਰਾਂ ਨੇ ਬੜੀ ਹੈਰਾਨਗੀ ਦੇ ਨਾਲ ਗੁਰਸਿੱਖਾਂ ਨੇ ਵੀ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਆਪ ਹੀ ਹੁਣ ਕਿਰਪਾ ਕਰੋ, ਕੋਈ ਐਸੀ ਪਾਵਨ ਬਾਣੀ ਉਚਾਰਨ ਕਰੋ ਜਿਹੜੀ ਗੁਰਸਿੱਖਾਂ ਨੂੰ ਸੌਖੀਆਂ ਸਮਝ ਆ ਜਾਵੇ। ਆਪ ਜੀ ਨੂੰ ਪਤਾ ਹੋਵੇਗਾ ਕਿ ਗੁਰਬਾਣੀ ਦੇ ਅੰਦਰ 12 ਮਾਹ ਦੀ ਬਾਣੀ ਹੈ।
ਇੱਕ ਤਾਂ ਤੁਖਾਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਔਰ ਇੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਇਸ ਪ੍ਰਕਾਰ ਗੁਰਸਿੱਖਾਂ ਨੇ ਬੇਨਤੀ ਆਖੀ ਕਿ ਆਪ ਜੀ ਸੁਖੈਨ ਭਾਸ਼ਾ ਦੇ ਅੰਦਰ ਕੋਈ ਬਾਣੀ ਉਚਾਰਨ ਕਰੋ, ਕਿਉਂਕਿ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 12 ਮਾਹ ਬਾਣੀ ਉਚਾਰੀ ਹੈ, ਉਹ ਬੜੀ ਔਖੀ ਹੈ, ਕਠਿਨ ਹੈ, ਉਸ ਦੇ ਸ਼ਬਦ ਸਮਝ ਨਹੀਂ ਆਉਂਦੇ। ਇਹ ਆਮ ਪੰਜਾਬੀ ਲੋਕ ਨੇ, ਇਹਨਾਂ ਨੂੰ ਕੋਈ ਠੇਠ ਬੋਲੀ ਦੇ ਅੰਦਰ ਕੋਈ ਬਾਣੀ ਉਚਾਰਨ ਕਰਕੇ ਦੇਵੋ, ਜਿਸ ਦੇ ਨਾਲ ਇਹ ਪੜ੍ਹ ਸੁਣ ਕਰਕੇ ਵਿਚਾਰ ਕਰਕੇ ਆਪਣਾ ਮਹੀਨਾ ਸ਼ੁਰੂ ਕਰ ਲਿਆ ਕਰਨ। ਇਹ ਬੇਨਤੀ ਸੁਣ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜਿਹੜੀ ਪਾਵਨ ਬਾਣੀ ਹੈ, ਜਿਸ ਦੇ ਵਿੱਚੋਂ ਅੱਜ ਆਪਾਂ ਅੱਸੂ ਮਹੀਨੇ ਦੀ ਵਿਚਾਰ ਕਰਨੀ ਹੈ, ਇਸ ਦੀਆਂ 14 ਪੌੜੀਆਂ ਉਚਾਰਨ ਕੀਤੀਆਂ। 12 ਮਹੀਨੇ ਨੇ ਪਹਿਲੀ ਪੌੜੀ ਬੇਨਤੀ ਰੂਪ ਵਿੱਚ ਉਚਾਰਨ ਕੀਤੀ ਹੈ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਕਿਉਂਕਿ ਬੇਨਤੀ ਕਰਨੀ, ਅਰਦਾਸ ਕਰਨੀ, ਇਹ ਮਨੁੱਖ ਨੂੰ ਨੀਵਾਂ ਕਰਦੀ ਹੈ, ਭਾਵ ਨਿਮਰਤਾ ਲਿਆਉਂਦੀ ਹੈ। ਨਿਮਰਤਾ ਤੋਂ ਬਿਨਾਂ ਮਨੁੱਖ ਬੇਨਤੀ ਨਹੀਂ ਕਰ ਸਕਦਾ। ਇਸ ਲਈ ਪਹਿਲੀ ਜਿਹੜੀ ਪੌੜੀ ਹੈ, ਉਸ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਿਆ ਹੈ। ਜਿਹੜੀ 14ਵੀਂ ਅਖੀਰ ਵਾਲੀ ਪੌੜੀ ਹੈ, ਉਸ ਦੇ ਅੰਦਰ ਸਤਿਗੁਰੂ ਸਾਹਿਬਾਨ ਜੀ ਨੇ ਇਸ ਬਾਣੀ ਦਾ ਮਹਾਤਮ ਦੱਸਿਆ ਹੈ, ਫਲ ਦੱਸਿਆ ਹੈ, ਤੇ ਬਚਨ ਕੀਤੇ ਹਨ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੀ। ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਨ੍ਹਾਂ ਜਿਨ੍ਹਾਂ ਦੇ ਅਰਥ ਵਿਦਵਾਨ ਮਹਾਂਪੁਰਖ ਕਰਦੇ ਨੇ, ਚਾਹੇ ਉਹ ਅਨਪੜ੍ਹ ਹੋਵੇ, ਚਾਹੇ ਪੜ੍ਹਿਆ ਲਿਖਿਆ ਹੋਵੇ, ਜਾਂ ਫਿਰ ਜਿਨ ਜਿਨ ਦਾ ਅਰਥ ਕਰਦੇ ਨੇ, ਭਾਵੇਂ ਉਹ ਕੋਈ ਕੰਮ ਕਰਨ ਵਾਲਾ ਮਨੁੱਖ ਹੋਵੇ, ਭਾਵੇਂ ਕੋਈ ਵਿਹਲਾ ਹੋਵੇ, ਜਾਂ ਫਿਰ ਜਿਨ ਜਿਨ ਦਾ ਅਰਥ ਕਰਦੇ ਨੇ, ਜਿਵੇਂ ਮੁਸਲਮਾਨਾਂ ਦੇ ਅੰਦਰ 2 ਫਿਰਕੇ ਨੇ, ਸ਼ੀਆ ਔਰ ਸੁੰਨੀ, ਉਹਨਾਂ ਦੇ ਵਿੱਚੋਂ ਕਹਿੰਦੇ ਜਿੰਨੇ ਵੀ ਨਾਮ ਜਪਿਆ ਤਿੰਨ ਕੇ ਕਾਜ ਸਰੇ। ਇਹ ਨਾਮ ਚੀਜ਼ ਹੀ ਐਸੀ ਹੈ। ਇਹ ਕਿਉਂਕਿ ਕਈ ਵਾਰ ਆਪਾਂ ਜਦੋਂ ਸ਼ਹਿਰਾਂ ਵਿੱਚ ਜਾਂਦੇ ਹਾਂ ਤੇ ਕਈ ਦੁਕਾਨਦਾਰ ਐਸੇ ਵੀ ਹੁੰਦੇ ਨੇ, ਜੇ ਆਪਣੇ ਚੱਪਲਾਂ ਪਾਈਆਂ ਹੋਣ ਤੇ ਉਹ ਆਪਣੀ ਦੁਕਾਨ ਵਿੱਚ ਨਹੀਂ ਵੜਨ ਦਿੰਦੇ। ਜਿਹੜੇ ਵੱਡੇ ਕੋਈ ਸ਼ੋਅਰੂਮ ਨੇ, ਉਹਨਾਂ ਦਾ ਇਹ ਨਿਯਮ ਹੁੰਦਾ ਹੈ ਕਿ ਜੇ ਆਪਣੇ ਚੱਪਲਾਂ ਪਾਈਆਂ ਨੇ ਜਾਂ ਪਜਾਮਾ ਕੁੜਤਾ ਪਾਇਆ, ਉਹ ਆਪਣੇ ਸ਼ੋਅਰੂਮ ਦੇ ਵਿੱਚ ਨਹੀਂ ਵੜਨ ਦਿੰਦੇ। ਪਰ ਗੁਰੂ ਦੇਖੋ ਕੈਸਾ ਪਰਉਪਕਾਰੀ ਹੈ। ਇੱਥੇ ਤਾਂ ਇਹ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜਿਹੜਾ ਵੀ ਮਨੁੱਖ, ਚਾਹੇ ਪਾਪੀ ਹੋਵੇ, ਪੁੰਨੀ ਹੋਵੇ, ਕੁਕਰਮੀ ਹੋਵੇ, ਅਪਰਾਧੀ ਹੋਵੇ, ਚੋਰ ਹੋਵੇ, ਠੱਗ ਹੋਵੇ, ਕੋਈ ਵੀ ਆ ਜਾਵੇ, ਬਸ ਸ਼ਰਤ ਇਹ ਹੈ ਕਿ ਆਉਣਾ ਝੁਕ ਕੇ ਹੈ, ਤੇ ਉਸ ਨੂੰ ਗੁਰੂ ਕੰਠ ਦੇ ਨਾਲ ਲਾਉਂਦਾ ਹੈ। ਇਸ ਪ੍ਰਕਾਰ ਉਹ ਜਿਹੜੀ ਪਾਵਨ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ, ਉਸ ਦੇ ਵਿੱਚੋਂ ਅੱਜ ਜੋ ਅੱਸੂ ਮਹੀਨੇ ਦੀ ਜੋ ਪ੍ਰਾਰੰਭਤਾ ਹੋ ਰਹੀ ਹੈ, ਉਸ ਸ਼ਬਦ ਦੀ ਆਪਾਂ ਜਿਹੜੀ ਵਿਚਾਰ ਹੈ ਉਹ ਰਲ ਮਿਲ ਕੇ ਕਰਨ ਦਾ ਯਤਨ ਕਰਨਾ ਹੈ। ਸੋ ਇਸ ਪ੍ਰਕਾਰ ਗ੍ਰੰਥੀ ਸਾਹਿਬਾਨ ਇੱਕ ਇੱਕ ਪੰਕਤੀ ਪੜ੍ਹਨਗੇ। ਆਪ ਜੀ ਨੇ ਬੜੇ ਖਿਆਲ ਦੇ ਨਾਲ ਸੁਣਦਿਆਂ ਹੋਇਆਂ ਜਿਹੜੀ ਵਿਚਾਰ ਹੈ ਉਸ ਨੂੰ ਸ਼ਰਵਣ ਕਰਨ ਦਾ ਯਤਨ ਕਰਨਾ ਜੀ। ਅਸਨ ਪ੍ਰੇਮਿਓ ਮਾਹੜਾ ਕਿਉ ਮਿਲਿਆ ਹਰ ਜਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ ਤੇ ਅੱਸੂ ਮਹੀਨੇ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਦੇ ਨੇ। ਅਸੁਨ ਪ੍ਰੇਮ ਉਮਾਹੜਾ,
ਇਹ ਅੱਸੂ ਦਾ ਮਹੀਨਾ ਕੁਦਰਤੀ ਤੌਰ 'ਤੇ ਐਸਾ ਹੈ ਜਿਸ ਦੇ ਅੰਦਰ ਜਿਹੜੀ ਗਰਮੀ ਹੈ ਉਹ ਪੈਣੀ ਖਤਮ ਹੁੰਦੀ ਜਾਂਦੀ ਹੈ ਤੇ ਅੱਗੇ ਜਿਹੜੀ ਠੰਡ ਹੈ ਉਸ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਮੌਸਮ ਹੈ ਉਸ ਦੀ ਤਬਦੀਲੀ ਇਸ ਮਹੀਨੇ ਵਿੱਚ ਪ੍ਰਾਰੰਭ ਹੋ ਜਾਂਦੀ ਹੈ। ਤੇ ਉਸੇ ਪ੍ਰਕਾਰ ਹੀ ਇੱਕ ਸਤਿਗੁਰਾਂ ਨੇ ਦੇਖੋ ਕੈਸੀ ਸਿਆਣਪ, ਕਿੰਨੇ ਮਹਾਨ ਸਤਿਗੁਰੂ ਸਾਹਿਬਾਨ ਜੀ ਹੋਣਗੇ। ਕਿਉਂਕਿ ਜਦੋਂ ਆਪਾਂ ਕੋਈ ਵੇਦ ਸ਼ਾਸਤਰ ਹੋਰ ਧਰਮ ਗ੍ਰੰਥ ਪੜ੍ਹ ਕੇ ਵੇਖਦੇ ਹਾਂ ਤੇ ਉਹਨਾਂ ਦੀ ਜਿਹੜੀ ਇੱਕ ਤੇ ਭਾਸ਼ਾ ਬਹੁਤ ਕਠਿਨ ਹੈ, ਦੂਸਰਾ ਉਹਦੇ ਵਿੱਚ ਜਿਹੜੀਆਂ ਉਦਾਹਰਨਾਂ ਨੇ ਉਹ ਆਮ ਮਨੁੱਖਾਂ ਦੇ ਸਮਝ ਨਹੀਂ ਆਉਂਦੀਆਂ। ਪਰ ਸਤਿਗੁਰਾਂ ਨੇ ਦੇਖੋ ਸਾਡੇ ਉੱਪਰ ਕੈਸੀ ਮਹਾਨ ਬਖਸ਼ਿਸ਼ ਕੀਤੀ ਹੈ ਕਿ ਜਿਹੜੀਆਂ ਆਮ ਗੱਲਾਂ ਸਨ, ਆਮ ਖੇਤਾਂ ਦੀਆਂ ਗੱਲਾਂ, ਆਮ ਪਿੰਡਾਂ ਦੀਆਂ ਗੱਲਾਂ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਇਹ ਜਿਹੜੇ ਪੰਜਾਬੀ ਲੋਕ ਨੇ ਇਹ ਆਮ ਜਿਹੀਆਂ ਗੱਲਾਂ ਨਾਲ ਜੁੜੇ ਹੋਏ ਨੇ, ਇਹ ਦਿਨਾਂ ਦੇ ਨਾਲ ਜੁੜੇ ਹੋਏ ਨੇ, ਮਹੀਨਿਆਂ ਦੇ ਨਾਲ ਜੁੜੇ ਹੋਏ ਨੇ। ਕਿਉਂਕਿ ਜਿਹੜੀ ਤਬਦੀਲੀ ਹੈ, ਜੇ ਆਪਾਂ ਬਿਲਕੁਲ ਤਬਦੀਲੀ ਕਰ ਦੇਵਾਂਗੇ ਤਾਂ ਉਹਦੇ ਵਿੱਚ ਨਾਸ਼ ਹੋਵੇਗਾ। ਕਿਉਂਕਿ ਜੇ ਆਪਾਂ ਕਿਸੇ ਪੱਕੇ ਹੋਏ ਟਾਹਣੇ ਨੂੰ ਮੋੜਨ ਦਾ ਯਤਨ ਕਰੀਏ ਉਹ ਮੁੜੇਗਾ ਨਹੀਂ, ਉਹ ਟੁੱਟ ਜਾਂਦਾ ਹੈ। ਇਸ ਲਈ ਸਤਿਗੁਰਾਂ ਨੇ ਜਿਹੜੀ ਪਿੱਛੋਂ ਚੱਲੀ ਆ ਰਹੀ ਰੀਤੀ ਸੀ ਉਸ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ ਸੀ। ਇਸ ਲਈ ਜਿਹੜੀ ਪਹਿਲਾਂ ਵਾਲੀ ਰੀਤੀ ਹੈ ਉਸ ਨੂੰ ਸਤਿਗੁਰੂ ਸਾਹਿਬਾਨ ਜੀ ਨੇ ਬਿਲਕੁਲ ਖਤਮ ਨਹੀਂ ਕੀਤਾ ਤੇ ਉਹਨਾਂ ਮਹੀਨਿਆਂ ਦੇ ਰਾਹੀਂ ਹੀ ਸਾਨੂੰ ਉਪਦੇਸ਼ ਦੇ ਦਿੱਤਾ। ਅਸੁਨ ਪ੍ਰੇਮ ਉਮਾਹੜਾ, ਇਸ ਅੱਸੂ ਦੇ ਮਹੀਨੇ ਦੇ ਅੰਦਰ ਜਿੱਥੇ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਉੱਥੇ ਨਾਲ ਨਾਲ ਜਿਹੜਾ ਗੁਰਸਿੱਖ ਸੇਵਾ ਔਰ ਸਿਮਰਨ ਦੇ ਵਿੱਚ ਜੁੜਦਾ ਹੈ, ਗੁਰੂ ਘਰ ਆਉਂਦਾ ਹੈ, ਗੁਰਬਾਣੀ ਪੜ੍ਹਦਾ, ਗੁਰਬਾਣੀ ਸੁਣਦਾ ਹੈ, ਉਸ ਦੇ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ? ਪ੍ਰੇਮ ਉਮਾਹੜਾ, ਉਹਨੂੰ ਪ੍ਰੇਮ ਦਾ ਜਿਹੜਾ ਉਤਸ਼ਾਹ ਹੈ, ਸਤਿਗੁਰਾਂ ਦੇ ਨਾਲ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਹੜਾ ਪ੍ਰੇਮ ਹੈ, ਪਿਆਰ ਹੈ, ਉਹਦਾ ਉਮਾਹੜਾ ਮੈਨੇ ਉਤਸ਼ਾਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਕੀ ਗੱਲ ਸੋਚਦਾ ਹੈ, ਕਿਉਂ ਮਿਲਿਆ ਹਰ ਜਾਏ। ਮਨ ਹੀ ਮਨ ਇਹ ਵਿਚਾਰਾਂ ਕਰਦਾ ਹੈ ਕਿ ਹੁਣ ਪਰਮੇਸ਼ਰ ਵਾਹਿਗੁਰੂ ਜੀ ਨੂੰ ਕਿਸ ਪ੍ਰਕਾਰ ਮਿਲਿਆ ਜਾ ਸਕਦਾ ਹੈ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਤੇ ਐਸਾ ਜਿਹੜਾ ਗੁਰਸਿੱਖ ਹੈ, ਐਸਾ ਮਨੁੱਖ ਮਨ ਹੀ ਮਨ ਬੇਨਤੀਆਂ ਕਰਦਾ ਹੈ, ਅਰਦਾਸਾਂ ਕਰਦਾ ਹੈ ਕਿ ਸਤਿਗੁਰ ਸਾਹਿਬਾਨ ਜੀਓ ਮੇਰੇ ਉੱਪਰ ਕਿਰਪਾ ਕਰੋ। ਮਨ ਤਨ ਪਿਆਸ ਦਰਸ਼ਨ ਕਣੀ, ਵਾਹਿਗੁਰੂ ਜੀਓ ਤੁਹਾਡੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਮੇਰੇ ਤਨ ਦੇ ਵਿੱਚ ਔਰ ਮਨ ਦੇ ਅੰਦਰ ਬਹੁਤ ਜ਼ਿਆਦਾ ਲੱਗੀ ਹੋਈ ਹੈ। ਕਿਉਂਕਿ ਜਿਹੜੀ ਤੜਫ ਹੈ, ਜਿਹੜੀ ਖਿੱਚ ਹੈ, ਉਸ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ ਜਾ ਸਕਦਾ। ਜਿਵੇਂ ਆਪਾਂ ਸੰਸਾਰੀ ਉਦਾਹਰਨਾਂ ਸਾਰੇ ਜਾਣਦੇ ਹੀ ਹਾਂ। ਜਿਸ ਮਨੁੱਖ ਨੂੰ, ਜਿਹੜੇ ਰਿਸ਼ਤੇਦਾਰ ਨੂੰ ਅਸੀਂ ਮਿਲਣਾ ਹੋਵੇ, ਅਸੀਂ 100 ਕੋ 200 ਕੋ ਚੱਲ ਕੇ ਦੂਰ ਦੂਰ ਜਾ ਕੇ ਮਿਲ ਆਉਣੇ ਆ, ਅਤੇ ਜਿਹਨੂੰ ਆਪਾਂ ਨਾ ਮਿਲਣਾ ਹੋਵੇ ਉਹਨੂੰ ਆਪਾਂ ਗਵਾਂਢ ਵਿੱਚ ਵੀ ਨਹੀਂ ਮਿਲਦੇ। ਇਸ ਲਈ ਸਤਿਗੁਰੂ ਸਾਹਿਬਾਨ ਜੀ ਬਖਸ਼ਦੇ ਨੇ ਕਿ ਜਿੰਨਾ ਚਿਰ ਤੜਫ ਨਹੀਂ ਉਨਾ ਚਿਰ ਮਿਲਿਆ ਨਹੀਂ ਜਾ ਸਕਦਾ। ਕਿਉਂਕਿ ਜਿਹੜੀ ਤੜਫ ਹੈ, ਇੱਛਾ ਹੈ, ਉਹੀ ਸਾਨੂੰ ਗੁਰੂ ਦੇ ਨਾਲ ਔਰ ਪਰਮੇਸ਼ਰ ਦੇ ਨਾਲ ਮਿਲਾ ਸਕਦੀ ਹੈ। ਮਨ ਤਨ ਪਿਆਸ ਦਰਸ਼ਨ ਕਣੀ, ਸਤਿਗੁਰੂ ਸਾਹਿਬਾਨ ਜੀ ਆਖਦੇ ਨੇ ਕਿ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਅੰਦਰ ਦਰਸ਼ਨਾਂ ਦੀ ਬਹੁਤੀ ਪਿਆਸਾ ਲੱਗੀ ਹੋਈ ਹੈ, ਕੋਈ ਆਣ ਮਿਲਾਵੇ ਮਾਏ, ਉਹ ਬੇਨਤੀਆਂ ਕਰਦੇ ਨੇ ਕਿ ਹੇ ਮਾਏ, ਹੇ ਸਾਧੂ ਮਹਾਤਮਾਵੋ, ਕੋਈ ਤੇ ਸਾਨੂੰ ਆ ਕੇ ਮਿਲੋ ਜੋ ਐਸੇ ਸਤਿਗੁਰਾਂ ਨੂੰ,
ਐਸੇ ਪਰਮੇਸ਼ਰ ਵਾਹਿਗੁਰੂ ਨੂੰ ਸਾਨੂੰ ਮਿਲਾ ਦੇਣਾ ਕਰੇ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਾ ਲਾਗਾ ਪਾਏ। ਫਿਰ ਉਸ ਤੋਂ ਬਾਅਦ ਬੇਨਤੀਆਂ ਕਰਦਿਆਂ ਕਰਦਿਆਂ ਇਹ ਸਮਝ ਆਉਂਦੀ ਹੈ ਕਿ ਸੰਤ ਸਹਾਈ ਪ੍ਰੇਮ ਕੇ, ਕਿ ਜਿਹੜੇ ਸਾਧੂ ਮਹਾਤਮਾ ਨੇ, ਨਾਮ ਜਪਣ ਵਾਲੇ ਗੁਰਸਿੱਖ ਨੇ, ਸੇਵਾ ਕਰਨ ਵਾਲੇ ਮਹਾਤਮਾ ਨੇ, ਉਹ ਪ੍ਰੇਮ ਨੂੰ ਵਧਾਉਣ ਵਾਲੇ ਨੇ। ਉਹ ਦੱਸਦੇ ਨੇ ਕਿ ਨਾਮ ਕਿਵੇਂ ਜਪਿਆ ਜਾ ਸਕਦਾ ਹੈ। ਉਹ ਦੱਸਦੇ ਨੇ ਅੱਜ ਕੱਲ੍ਹ ਦਾ ਸਮਾਂ ਇਸ ਪ੍ਰਕਾਰ ਦਾ ਹੈ ਕਿ ਆਪਾਂ ਅਧੂਰੇ ਗਿਆਨ ਦੇ ਨਾਲ ਬਹੁਤ ਚੀਜ਼ਾਂ ਨਾਸ਼ ਕਰ ਰਹੇ ਹਾਂ। ਕੋਈ ਇਹ ਗੱਲ ਆਖਦਾ ਹੈ ਕਿ ਸਾਧੂ ਮਹਾਤਮਾ ਹੁੰਦੇ ਹੀ ਨਹੀਂ। ਕਦੇ ਵੀ ਕੋਈ ਵੀ ਚੀਜ਼ ਸੰਸਾਰ ਦੇ ਵਿੱਚੋਂ ਨਾਸ਼ ਨਹੀਂ ਹੁੰਦੀ, ਉਹ ਘੱਟ ਵੱਧ ਜ਼ਰੂਰ ਸਕਦੀ ਹੈ। ਜੇ ਜਿੰਨੀਆਂ ਵੀ ਸੰਸਾਰ ਦੇ ਵਿੱਚ ਚੀਜ਼ਾਂ ਪੈਦਾ ਹੋਈਆਂ ਨੇ, ਉਹ ਕਦੇ ਨਾਸ਼ ਨਹੀਂ ਹੁੰਦੀਆਂ। ਉਸੇ ਪ੍ਰਕਾਰ ਜਿਹੜੇ ਸਾਧੂ ਮਹਾਤਮਾ ਨੇ, ਚਾਹੇ ਭੇਖ ਦੇ ਅੰਦਰ ਬਹੁਤ ਸਾਧੂ ਤੁਰੇ ਫਿਰਦੇ ਆ, ਪਰ ਫਿਰ ਇਹ ਤਾਂ ਨਹੀਂ ਕਿ ਜੇ ਸਾਰੇ ਪਖੰਡੀ ਨੇ ਤੇ ਅਸਲੀ ਸਾਧੂ ਖਤਮ ਹੋ ਗਏ ਨੇ, ਕਿਉਂਕਿ ਜਿਹੜਾ ਬੀਜ ਹੈ ਉਹ ਕਦੇ ਵੀ ਨਾਸ਼ ਨਹੀਂ ਹੁੰਦਾ। ਤੁਸੀਂ ਤੇ ਕਿਸਾਨ ਵੀਰੋ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਖੇਤਾਂ ਦੇ ਅੰਦਰ ਜਿਹੜਾ ਘਾਹ ਇੱਕ ਵਾਰੀ ਉੱਗ ਪੈਂਦਾ, ਉਹਨੂੰ ਜਿੰਨਾ ਮਰਜ਼ੀ ਨਾਸ਼ ਕਰੋ, ਜਿੰਨੇ ਮਰਜ਼ੀ ਉਹਨੂੰ ਕੋਈ ਵੀ ਜਿਹੜੇ ਸਾਧਨ ਨੇ ਉਹਨੂੰ ਵਾਹੀ ਜਾਓ, ਪੱਟੀ ਜਾਓ, ਪਰ ਫਿਰ ਵੀ ਉਹਦਾ ਬੀਜ ਨਾਸ਼ ਨਹੀਂ ਹੁੰਦਾ। ਅਗਲੇ ਸਾਲ ਫਿਰ ਘਾਹ ਉੱਗ ਪੈਂਦਾ। ਉਸੇ ਪ੍ਰਕਾਰ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਸਾਧੂ ਮਹਾਤਮਾ ਸਾਜੇ ਹੋਏ ਨੇ, ਉਹ ਕਦੇ ਵੀ ਨਾਸ਼ ਨਹੀਂ ਹੁੰਦੇ। ਤੇ ਸਾਧੂ ਮਹਾਤਮਾ ਦੀ ਨਿਸ਼ਾਨੀ ਕੀ ਹੁੰਦੀ ਹੈ? ਗੁਰਬਾਣੀ ਦੇ ਅੰਦਰ ਜਗ੍ਹਾ ਜਗ੍ਹਾ ਦੇ ਉੱਪਰ ਸਾਧੂ ਮਹਾਤਮਾਵਾਂ ਦੀਆਂ ਨਿਸ਼ਾਨੀਆਂ ਲਿਖੀਆਂ ਨੇ। ਜਿਵੇਂ ਇੱਕ ਆਪਾਂ ਇਹ ਬਚਨ ਪੜ੍ਹਦੇ ਹਾਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਕਿ ਜਿਨ੍ਹਾਂ ਨੂੰ ਸਵਾਸ ਸਵਾਸ ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਦੇ ਸੰਤ ਨੇ। ਜਾਂ ਆਪਾਂ ਇਹ ਬਚਨ ਪੜ੍ਹਦੇ ਹਾਂ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਿ ਜਿਹੜਾ ਮਨ ਦੇ ਵਿੱਚ ਹੈ ਉਹੀ ਮੁਖ ਤੋਂ ਬੋਲਣਾ, ਤੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਉੱਪਰ ਆਸ ਰੱਖਣ ਵਾਲਾ, ਉਹ ਬ੍ਰਹਮ ਗਿਆਨੀ ਹੀ ਹੋ ਸਕਦਾ ਹੈ। ਕਿਉਂਕਿ ਸਾਨੂੰ ਬਹੁਤਿਆਂ ਤੋਂ ਆਸਾਂ ਹੁੰਦੀਆਂ ਨੇ। ਬੱਚੇ ਨੂੰ ਆਪਣੇ ਮਾਂ ਪਿਓ ਤੋਂ ਆਸ ਹੁੰਦੀ ਹੈ, ਇੱਕ ਪਤਨੀ ਨੂੰ ਆਪਣੇ ਘਰ ਵਾਲੇ ਤੋਂ ਆਸ ਹੁੰਦੀ ਹੈ, ਪਰ ਜਿਹੜੇ ਸਾਧੂ ਮਹਾਤਮਾ ਨੇ ਉਹ ਇੱਕ ਪਰਮੇਸ਼ਰ ਤੋਂ ਆਸ ਰੱਖਦੇ ਨੇ। ਸੰਸਕ੍ਰਿਤ ਦੇ ਜਿਹੜੇ ਵਿਦਵਾਨ ਨੇ, ਉਹਨਾਂ ਨੇ ਵੀ ਸਾਧੂ ਮਹਾਤਮਾਵਾਂ ਦੀਆਂ ਨਿਸ਼ਾਨੀਆਂ ਲਿਖੀਆਂ ਨੇ। ਵਿਦਵਾਨ ਲਿਖਦੇ ਨੇ, ਸਵੈ ਕਾਰਜ ਸਿੱਧਤੀ ਪਰਾਏ ਕਾਰਜ ਧਾਇਤੀ ਸਾ ਸਾਧਾ। ਕਿ ਸਾਧੂ ਕਿਸ ਨੂੰ ਆਖਿਆ ਜਾਂਦਾ ਹੈ? ਜਿੰਦਾ ਆਪਣਾ ਜਿਹੜਾ ਕਾਰਜ ਹੈ, ਆਪਣਾ ਕਾਰਜ ਭਾਵ ਆਪ ਮੁਕਤ ਹੋ ਗਿਆ ਹੋਵੇ, ਆਪ ਇਸ ਭਵਜਲ ਸੰਸਾਰ ਤੋਂ ਤਰ ਗਿਆ ਹੋਵੇ। ਪਰਾਏ ਕਾਰਜ ਸਿੱਧਤੀ, ਤੇ ਪਰਾਏ ਦਾ ਜਿਹੜਾ ਕਾਰਜ ਹੈ ਭਾਵ ਹੋਰਨਾਂ ਨੂੰ ਤਾਰਨ ਦੇ ਲਈ ਯਤਨ ਕਰੇ, ਜਿਹਨੂੰ ਗੁਰਬਾਣੀ ਕਹਿੰਦੀ ਹੈ, ਆਪ ਜਪੈ ਅਵਰਹ ਨਾਮ ਜਪਾਵੈ। ਐਸਾ ਜਿਹੜਾ ਮਹਾਤਮਾ ਹੈ ਸਾਧੂ, ਉਸ ਨੂੰ ਸਾਧੂ ਆਖਿਆ ਜਾਂਦਾ ਹੈ। ਸਤਿਗੁਰ ਸਾਹਿਬਾਨ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਸੰਤ ਸਹਾਈ ਪ੍ਰੇਮ ਕੇ, ਕਿ ਜਿਹੜੇ ਪ੍ਰੇਮ ਵਧਾਉਣ ਦੇ ਵਿੱਚ ਸਹਾਇਤਾ ਕਰਨ ਵਾਲੇ ਜਿਹੜੇ ਸਾਧੂ ਮਹਾਤਮਾ ਹਨ, ਉਹਨਾਂ ਦੇ ਜਿਹੜੇ ਦਰਸ਼ਨ ਦਿਦਾਰੇ ਨੇ, ਹਉ ਤਿਨ ਕੈ ਲਾਗਾ ਪਾਏ। ਉਹਨਾਂ ਦੇ ਚਰਨੀ ਜਾ ਕੇ ਉਹਨਾਂ ਨੂੰ ਨਮਸਕਾਰ ਕਰਨੀ। ਇੱਕ ਆਮ ਗੱਲ ਆਖੀ ਜਾਂਦੀ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ। ਇਹ ਗੱਲ ਭਾਵੇਂ ਸੱਚੀ ਹੈ, ਪਰ ਇੱਕ ਗੁਰਬਾਣੀ ਦੇ ਵਿੱਚ ਪੰਕਤੀ ਇਹ ਵੀ ਆਉਂਦੀ ਹੈ
जो दिसै गुर सिखड़ा तिस निव निव लागै पाए जियो। ਜਿਹੜਾ ਕੋਈ ਗੁਰਸਿੱਖ ਦਿਸ ਜਾਵੇ, ਸਾਨੂੰ ਲੱਗੇ ਕਿ ਇਹ ਗੁਰੂ ਕੀ ਗੁਰਬਾਣੀ ਪੜ੍ਹਨ ਵਾਲਾ ਹੈ, ਗੁਰਬਾਣੀ ਦੀ ਸਿੱਖਿਆ ਉੱਪਰ ਚੱਲਣ ਵਾਲਾ ਹੈ, ਉਸ ਨੂੰ ਵੀ ਨਮਸਕਾਰ ਕਰੋ। ਪਖੰਡੀ ਨੂੰ ਮੱਥਾ ਟੇਕਣਾ ਗੁਰਬਾਣੀ ਨੇ ਬਹੁਤ ਜਗ੍ਹਾ ਗਲਤ ਆਖਿਆ ਹੈ, ਪਰ ਕਈ ਵਾਰ ਆਪਾਂ ਆਮ ਜਿਹੜੀਆਂ ਗੁਰਸਿੱਖੀ ਦੀਆਂ ਗੱਲਾਂ ਨੇ ਉਹਨਾਂ ਨੂੰ ਵੀ ਕੱਟ ਦਿੰਦੇ ਹਾਂ। ਆਪਾਂ ਮਾਤਾ ਪਿਤਾ ਦੇ ਵੀ ਪੈਰੀ ਹੱਥ ਲਾਉਣੇ ਆ। ਵੱਡਿਆਂ ਦਾ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ। ਬਸ ਗੱਲ ਇਹ ਹੈ ਕਿ ਇੱਕ ਮਨੁੱਖ ਦਾ ਇੱਕ ਪਿਓ ਹੁੰਦਾ, ਇੱਕ ਮਾਂ ਹੁੰਦੀ ਹੈ। ਦੂਸਰੇ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੁੰਦਾ, ਪਰ ਆਪਣੇ ਪਿਓ ਨੂੰ ਪਿਓ ਕਹਿਣਾ ਵੀ ਜ਼ਰੂਰੀ ਹੁੰਦਾ। ਇਸ ਲਈ ਜਿਹੜਾ ਆਪਣਾ ਗੁਰੂ ਹੈ ਉਸ ਨੂੰ ਹੀ ਗੁਰੂ ਮੰਨਣਾ ਹੈ। ਹੋਰ ਜਿਹੜੇ ਨੇ ਉਹ ਸਾਡੇ ਤੋਂ ਵੱਡੇ ਸਤਿਕਾਰਯੋਗ ਹੋ ਸਕਦੇ ਨੇ, ਪੂਜਣਯੋਗ ਹੋ ਸਕਦੇ ਨੇ, ਉਹਨਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਜਿਵੇਂ ਆਪਾਂ ਸੰਸਾਰੀ ਉਦਾਹਰਨ ਲੈ ਲਈਏ, ਜਿਹੜੀਆਂ ਚੰਗੀਆਂ ਸੁਹਾਗਵਤੀ ਔਰਤਾਂ ਹੁੰਦੀਆਂ ਨੇ ਉਹ ਆਪਣੇ ਪਤੀ ਦਾ ਵੀ ਸਤਿਕਾਰ ਕਰਦੀਆਂ ਨੇ, ਅਤੇ ਜਿਹੜੇ ਘਰ ਦੇ ਅੰਦਰ ਹੋਰ ਜਿਹੜੇ ਜੀਵ ਨੇ, ਸੱਸ ਸਹੁਰਾ ਭੈਣ ਭਰਾ, ਉਹਨਾਂ ਦਾ ਵੀ ਸਤਿਕਾਰ ਕਰਦੀਆਂ। ਉਸੇ ਪ੍ਰਕਾਰ ਅਸੀਂ ਜੋ ਪਰਮੇਸ਼ਰ ਵਾਹਿਗੁਰੂ ਦੀਆਂ ਇਸਤਰੀਆਂ ਹਾਂ, ਸਾਡਾ ਜੋ ਮਾਲਕ ਪਰਮੇਸ਼ਰ ਹੈ, ਅਸੀਂ ਉਸ ਦੀਆਂ ਪਤਨੀਆਂ ਹਾਂ। ਜਿਵੇਂ ਗੁਰਬਾਣੀ ਅੰਦਰ ਜੀਵ ਰੂਪ ਇਸਤਰੀ ਕਰਕੇ ਲਿਖਿਆ ਹੈ। ਅਤੇ ਬਾਕੀ ਜਿਹੜੇ ਸਾਧੂ ਮਹਾਤਮਾ ਨੇ, ਹੋਰ ਜਿਹੜੇ ਪੀਰ ਪੈਗੰਬਰ ਨੇ, ਉਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ, ਪਰ ਗੁਰੂ ਨਹੀਂ ਮੰਨਣਾ। ਗੁਰੂ ਮੰਨਣਾ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਸਤਿਗੁਰ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਹਉ ਤਿਨ ਕੈ ਲਾਗਾ ਪਾਏ। ਜਿਹੜੇ ਗੁਰੂ ਦਾ ਰਸਤਾ ਦੱਸਣ, ਗੁਰੂ ਦੇ ਰਾਹ ਦੇ ਉੱਪਰ ਜਿਹੜੇ ਤੋਰਦੇ ਨੇ, ਉਹਨਾਂ ਨੂੰ ਵੀ ਮੈਂ ਨਮਸਕਾਰ ਕਰਦਾ ਹਾਂ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸਤਿਗੁਰ ਸਾਹਿਬਾਨ ਜੀ ਉਚਾਰਨ ਕਰਦੇ ਨੇ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ ਜਿਹੜੇ ਸਾਨੂੰ ਸੁਖ ਦੇ ਸਕਦੇ ਨੇ। ਉਸ ਤੋਂ ਬਿਨਾਂ ਜਿਹੜੀ ਸੁਖ ਦੀ ਪ੍ਰਾਪਤੀ ਹੈ, ਵਿਣ ਪ੍ਰਭ ਕਿਉ ਸੁਖ ਪਾਈਐ। ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ, ਪਰਮੇਸ਼ਰ ਵਾਹਿਗੁਰੂ ਜੀ ਦੀ ਓਟ ਤੋਂ ਬਿਨਾਂ ਜਿਹੜੀ ਸदैਵੀ ਕਾਲ ਦਾ ਸੁੱਖ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਗੁਰਬਾਣੀ ਦੇ ਅੰਦਰ ਇੱਕ ਬਚਨ ਆਉਂਦੇ ਨੇ, ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਨੀਐ। ਇੱਕ ਸੁੱਖ ਹੁੰਦਾ ਜਿਹੜਾ ਹਮੇਸ਼ਾ ਬਣਿਆ ਰਵੇ, ਇੱਕ ਉਹ ਸੁੱਖ ਹੁੰਦਾ ਹੈ ਜੇ ਪ੍ਰਸ਼ਾਦਾ ਛਕਿਆ ਅਤੇ ਪ੍ਰਸ਼ਾਦਾ ਜਦੋਂ ਪਚ ਗਿਆ, ਉਹ ਜਿਹੜਾ ਸੁੱਖ ਹੈ ਉਹ ਖਤਮ ਹੋ ਜਾਂਦਾ ਹੈ। ਜੇ ਵਧੀਆ ਕੱਪੜੇ ਪਾਏ ਨੇ ਤਾਂ ਬੰਦਾ ਬੜਾ ਸੁਖੀ ਹੁੰਦਾ ਹੈ, ਜਦੋਂ ਮੁੜਕਾ ਪਸੀਨਾ ਆ ਜਾਂਦਾ ਫਿਰ ਦੁੱਖ ਹੁੰਦਾ ਹੈ। ਜੇ ਨਵੀਂ ਗੱਡੀ ਲੈਂਦਾ ਤਾਂ ਬੰਦਾ ਸੁੱਖ ਹੁੰਦਾ ਹੈ, ਜਦੋਂ ਕੋਈ ਐਕਸੀਡੈਂਟ ਹੋ ਜੇ ਜਾਂ ਪੁਰਾਣੀ ਹੋ ਜੇ ਬੰਦਾ ਫਿਰ ਦੁਖੀ ਹੁੰਦਾ ਹੈ। ਇਸ ਲਈ ਇਹ ਜਿਹੜੇ ਸੁੱਖ ਨੇ ਇਹ ਥੋੜ੍ਹੇ ਸਮੇਂ ਦੇ ਨੇ, ਜਿਹੜੇ ਥੋੜ੍ਹੇ ਸਮੇਂ ਦੇ ਅੰਦਰ ਨਾਸ਼ ਹੋ ਜਾਂਦੇ ਆ। ਇੱਕ ਹੁੰਦਾ ਹੈ ਸदैਵੀ ਕਾਲ ਰਹਿਣ ਵਾਲਾ। ਉਹ ਸੁੱਖ ਕਿਵੇਂ ਦਾ ਹੈ? ਉਹ ਹੈ ਤੋਟ ਨਾ ਆਵੈ ਵੱਧਦੋ ਜਾਈ, ਉਹਦੇ ਅੰਦਰ ਘਾਟਾ ਨਹੀਂ ਆਉਂਦਾ। ਇਸ ਲਈ ਸਤਿਗੁਰ ਸਾਹਿਬਾਨ ਜੀ ਉਚਾਰਨ ਕਰਦੇ ਨੇ ਕਿ ਵਾਹਿਗੁਰੂ ਜੀ ਤੋਂ ਬਿਨਾਂ ਜਿਹੜਾ ਸदैਵੀ ਕਾਲ ਦਾ ਸੁੱਖ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਦੂਜੀ ਨਾ ਹੀ ਜਾਏ, ਕਹਿੰਦੇ ਕਿ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਜਾਏ ਮੈਨੇ ਜਗ੍ਹਾ ਵੀ ਹੈ ਨਹੀਂ ਜਿੱਥੋਂ ਸਾਨੂੰ ਸੁੱਖ ਮਿਲ ਸਕੇ। ਆਪਾਂ ਕਈ ਵਾਰ ਸੋਚਦੇ ਹਾਂ ਕਿ ਗੁਰੂ ਘਰ ਤੋਂ ਬਿਨਾਂ ਸਾਨੂੰ ਹੋਰ ਕਿਤੇ ਜਾ ਕੇ ਸੁੱਖ ਮਿਲ ਜਾਵੇਗਾ। ਜਿਵੇਂ ਅੱਜ ਕੱਲ੍ਹ ਆਪ ਜੀ ਜਾਣਦੇ ਹੀ ਹੋ ਕਿ ਬਹੁਤੇ ਗੁਰਸਿੱਖ ਆਪਣਾ ਧਰਮ ਹੀ ਬਦਲੀ ਜਾਂਦੇ ਆ। ਜੇ ਕੋਈ ਉਹਨਾਂ ਨੂੰ ਚੰਗੀ ਪੜ੍ਹਾਈ ਕਰਾ ਦੇਵੇ, ਖਾਣ ਪੀਣ ਨੂੰ ਵਸਤੂਆਂ ਦੇ ਦੇਵੇ, ਅਤੇ ਆਪਾਂ ਧਰਮ ਬਦਲ ਰਹੇ ਹਾਂ। ਜਿਹੜੇ ਗੁਰਸਿੱਖਾਂ ਨੇ ਜੰਗਾਂ ਯੁੱਧਾਂ ਦੇ ਹੁੰਦਿਆਂ
ਇੱਕ ਇੱਕ ਛੋਲੇ ਦੇ ਨਾਲ 100 ਸਿੰਘਾਂ ਨੇ ਆਪਣਾ ਭੋਜਨ ਛਕਿਆ। ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਅਤੇ ਆਪਾਂ 4 ਪੈਸਿਆਂ ਬਦਲੇ ਧਰਮ ਬਦਲ ਰਹੇ ਹਾਂ। ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ, ਇਹ ਆਪਣੇ ਗੁਰੂ ਨੂੰ ਧੋਖਾ ਦੇਣ ਵਾਲੀ ਗੱਲ ਹੈ। ਕਿਉਂਕਿ ਇੱਕ ਸ਼ਬਦ ਹੁੰਦਾ ਹੈ ਅਕਿਰਤ ਕਣ। ਜਿਹੜੇ ਲੋਕ ਧਰਮ ਬਦਲਦੇ ਨੇ ਉਹਨਾਂ ਨੂੰ ਅਕਿਰਤ ਕਣ ਕਿਹਾ ਜਾਂਦਾ ਹੈ। ਅਕਿਰਤ ਕਣ ਉਹਨੂੰ ਕਹਿੰਦੇ ਆ ਜਿਹੜਾ ਕੀਤੇ ਹੋਏ ਨੂੰ ਭੁੱਲ ਜਾਵੇ। ਜਿਵੇਂ ਆਪਾਂ ਆਪਣੇ ਕੋਲੋਂ ਕਿਸੇ ਨੇ ਪੈਸੇ ਲਏ ਹੋਣ, ਉਹ ਨਾ ਮੋੜੇ, ਜਾਂ ਕਿਸੇ ਦੇ ਆਪਾਂ ਕੰਮ ਆਏ ਹੋਈਏ ਅਤੇ ਉਹ ਆਪਾਂ ਨੂੰ ਬੁਲਾਵੇ ਹੀ ਨਾ, ਉਹਨੂੰ ਆਖਿਆ ਜਾਂਦਾ ਹੈ ਅਕਿਰਤ ਕਣ ਮਨੁੱਖ। ਅਤੇ ਜਿਹੜੇ ਆਪਣੇ ਪੈਸਿਆਂ ਦੇ ਬਦਲੇ, ਲਾਲਚ ਦੇ ਬਦਲੇ ਧਰਮ ਬਦਲਦੇ ਨੇ, ਇਹ ਹੈ ਤਾਂ ਬਹੁਤ ਗੱਲਾਂ ਕੌੜੀਆਂ, ਪਰ ਹੈ ਵੀ ਸੱਚ ਨੇ ਕਿ ਜਿਹੜਾ ਮਨੁੱਖ ਪੈਸਿਆਂ ਦੇ ਬਦਲੇ, ਲਾਲਚ ਦੇ ਬਦਲੇ ਧਰਮ ਬਦਲ ਲੈਂਦਾ ਹੈ, ਉਹ ਕਦੇ ਗੁਰਸਿੱਖ ਨਹੀਂ ਹੋ ਸਕਦਾ। ਕਿਉਂਕਿ ਇੱਥੇ ਤਾਂ ਇਹ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜੇ ਧਰਮ ਦੇ ਰਾਹ ਦੇ ਉੱਪਰ ਚੱਲਣਾ ਹੋਵੇ ਅਤੇ ਪਹਿਲਾਂ ਆਪਣਾ ਸਿਰ ਜਿਹੜਾ ਹੈ ਇਹ ਗੁਰੂ ਨੂੰ ਭੇਟ ਕਰਨਾ ਪੈਂਦਾ ਹੈ। ਸਤਿਗੁਰ ਸਾਹਿਬਾਨ ਜੀ ਵਚਨ ਉਚਾਰਦੇ ਨੇ ਕਿ ਦੂਜੀ ਨਾਹੀ ਜਾਏ। ਜੇ ਤੁਹਾਡੀ ਗੁਰੂ ਨਹੀਂ ਰੱਖਿਆ ਕਰ ਸਕਿਆ, ਪਰਮੇਸ਼ਰ ਨਹੀਂ ਤੁਹਾਡਾ ਹੋ ਸਕਿਆ, ਤੁਹਾਡੀ ਹੋਰ ਕੋਈ ਰੱਖਿਆ ਕਰਨ ਵਾਲਾ ਇਸ ਸੰਸਾਰ 'ਤੇ ਹੈ ਵੀ ਨਹੀਂ। ਇਸ ਲਈ ਆਪਾਂ ਆਪਣੇ ਮਨਾਂ ਦੇ ਵਿੱਚ ਝਾਤੀ ਮਾਰੀਏ। ਗੁਰੂ ਸਾਹਿਬਾਨਾਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ। ਤੁਸੀਂ ਸੋਚ ਕੇ ਵੇਖੋ ਕਿ 7 ਤੇ 9 ਸਾਲਾਂ ਦੀ ਉਮਰ ਕਿੰਨੀ ਕੁ ਹੁੰਦੀ ਹੈ। ਆਪਾਂ ਆਪਣਾ ਪੁੱਤਰ ਧੀ ਇੱਕ ਦਿਨ ਸਾਨੂੰ ਨਾ ਦਿਸੇ, ਆਪਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਬੁਲਾ ਦਿੰਦੇ ਹਾਂ ਕਿ ਫਲਾਣੇ ਦਾ ਮੁੰਡਾ ਨਹੀਂ ਮਿਲ ਰਿਹਾ। ਤੁਸੀਂ ਦੇਖੋ ਉਹ ਕੈਸੇ ਗੁਰੂ ਸਾਹਿਬਾਨ ਨੇ, ਕੈਸੀਆਂ ਮਾਤਾਵਾਂ ਨੇ ਜਿਨ੍ਹਾਂ ਨੇ ਆਪਣੇ ਹੱਥੀਂ ਬੱਚਿਆਂ ਨੂੰ ਤੋਰਿਆ ਕਿ ਜਾਵੋ ਤੁਸੀਂ ਜਾ ਕੇ ਸ਼ਹੀਦ ਹੋਵੋ। ਅਸਕਰ ਨੂੰ ਚਾਹੇ ਮਾਤਾ ਗੁਜਰ ਕੌਰ ਜੀ ਬ੍ਰਹਮ ਗਿਆਨੀ ਸਨ, ਬੜੇ ਨਾਮ ਸਿਮਰਨ ਵਾਲੇ ਸਨ, ਪਰ ਫਿਰ ਵੀ ਇੱਕ ਦਾਦੀ ਮਾਂ ਦੇ ਅੰਦਰ ਹਿਰਦਾ ਤਾਂ ਹੁੰਦਾ ਹੀ ਹੈ ਨਾ। ਤੁਸੀਂ ਦੇਖੋ ਆਪਣੀਆਂ ਦਾਦੀਆਂ ਆਪਣੇ ਪੋਤਿਆਂ ਨੂੰ ਕਿੰਨਾ ਪਿਆਰ ਕਰਦੀਆਂ ਨੇ। ਜੇ ਮਾਂ ਉਸ ਦੀ ਪੈਸੇ ਨਾ ਦੇਵੇ ਤੇ ਦਾਦੀ ਦੇ ਕੇ ਤੋਰਦੀ ਹੈ ਕਿ ਜਾ ਕੇ ਜਾ ਕੋਈ ਚੀਜ਼ ਖਾਇਆ। ਦਾਦੀ ਦਾ ਹਿਰਦਾ ਵੀ ਬੜਾ ਕੋਮਲ ਹੁੰਦਾ ਹੈ। ਅਤੇ ਤੁਸੀਂ ਇਹ ਦੇਖੋ ਕਿ ਉਸੇ ਦਾਦੀ ਮਾਂ ਮਾਤਾ ਗੁਜਰ ਕੌਰ ਨੇ ਆਪਣੇ ਹੱਥੀਂ ਪੋਤਰਿਆਂ ਨੂੰ ਤੋਰਿਆ ਸ਼ਹੀਦ ਹੋਣ ਦੇ ਲਈ। ਉਹ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਆਪਾਂ ਭੁੱਲੀਏ ਨਾ, ਅਕਿਰਤ ਕਣ ਨਾ ਬਣੀਏ। ਕਿਉਂਕਿ ਸਤਿਗੁਰੂ ਸਾਹਿਬਾਨ ਜੀ ਸਾਨੂੰ ਸਮਝਾ ਹੀ ਰਹੇ ਨੇ ਦੂਜੀ ਨਾ ਹੀ ਜਾਏ। ਹੋਰ ਕੋਈ ਜਗ੍ਹਾ ਹੀ ਹੈ ਨਹੀਂ ਜਿੱਥੋਂ ਸਾਨੂੰ ਸੁਖ ਦੀ ਪ੍ਰਾਪਤੀ ਹੋ ਜਾਵੇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਕਾਏ। ਸਤਿਗੁਰ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ, ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ ਹੈ, ਧਾਰਨ ਕੀਤਾ ਹੈ, ਸੇ ਤ੍ਰਿਪਤ ਰਹੇ ਆਗਾਏ। ਆਗਾਏ ਦਾ ਅਰਥ ਹੁੰਦਾ ਹੈ ਤ੍ਰਿਪਤ ਹੋਣਾ, ਰੱਜਣਾ, ਅਤੇ ਤ੍ਰਿਪਤ ਦਾ ਅਰਥ ਵੀ ਰੱਜਣਾ ਹੈ। ਇਸ ਦਾ ਅਰਥ ਵਿਦਵਾਨ ਕਰਦੇ ਨੇ ਕਿ ਜਿਹੜੇ ਲੋਕ ਦੇ ਸੁੱਖ ਨੇ ਔਰ ਪਰਲੋਕ ਦੇ ਸੁੱਖ ਨੇ, ਸਾਰੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਉਹ ਮਨ ਕਰਕੇ ਵੀ ਔਰ ਤਨ ਕਰਕੇ ਵੀ ਉਹਨਾਂ ਨੂੰ ਰੱਜ ਆ ਜਾਂਦਾ ਹੈ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਆਪ ਤਿਆਗ ਬਿਨਤੀ ਕਰਹਿ, ਆਪਣਾ ਆਪ ਤਿਆਗ ਕੇ, ਹੰਕਾਰ ਛੱਡ ਕੇ, ਪੈਸੇ ਦਾ ਹੰਕਾਰ ਛੱਡ ਕੇ, ਆਪਣੇ ਗਿਆਨ ਦਾ ਹੰਕਾਰ ਛੱਡ ਕੇ, ਆਪਣੀ ਪਦਵੀ ਦਾ ਹੰਕਾਰ ਛੱਡ ਕੇ, ਆਪਣੇ ਸਰੀਰਕ ਬਲ ਦਾ ਹੰਕਾਰ ਛੱਡ ਕੇ
ਆਪਣੀ ਉੱਚੀ ਜਾਤੀ ਦਾ ਹੰਕਾਰ ਛੱਡ ਕੇ ਆਪ ਤਿਆਗ ਬਿਨਤੀ ਕਰ ਹੈ। ਸਤਿਗੁਰ ਸਾਹਿਬਾਨ ਜੀ ਨੂੰ ਬੇਨਤੀ ਕਰੀਏ, ਤਰਲੇ ਕਰੀਏ, ਸੱਚੇ ਪਾਤਸ਼ਾਹ ਜੀਓ ਅਸੀਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਅਸੀਂ ਸੰਸਾਰ ਦੇ ਸਾਰੇ ਦੁਆਰੇ ਛੱਡ ਕੇ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਸ਼ਰਨ ਪਿਆ ਨੂੰ ਕੰਠ ਦੇ ਨਾਲ ਲਾ ਲਵੋ। ਸਾਡਾ ਇਹ ਜਿਹੜਾ ਜੀਵਨ ਦਾ ਇਹ ਬੇੜਾ ਹੈ, ਇਸ ਭਵਜਲ ਸੰਸਾਰ ਤੋਂ ਪਾਰ ਕਰਨਾ ਕਰੋ। ਆਪ ਤਿਆਗ ਬਿਨਤੀ ਕਰ ਹੈ, ਲੇਹੋ ਪ੍ਰਭੂ ਲੜ ਲਾਏ। ਸਾਨੂੰ ਆਪਣੇ ਪ੍ਰੇਮ ਰੂਪੀ, ਸ਼ਰਧਾ ਰੂਪੀ, ਸਹਾਇਤਾ ਰੂਪੀ ਪੱਲੇ ਦੇ ਨਾਲ ਲਾ ਲੈਣਾ ਕਰੋ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਨੇ, ਜਿਨ੍ਹਾਂ ਉੱਪਰ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਹਰ ਸ਼ਬਦ ਹੈ, ਇਹ ਹਰ ਸ਼ਬਦ ਦੇ ਵਿਦਵਾਨਾਂ ਨੇ 72 ਅਰਥ ਕੀਤੇ ਨੇ। ਹਰ ਦਾ ਅਰਥ ਹਰਿਆ ਭਰਿਆ ਕਰਨ ਵਾਲਾ। ਸਾਡੇ ਜੀਵਨ ਨੂੰ ਜਿਹੜੇ ਪਾਪਾਂ ਪੁੰਨਾਂ ਦੀ ਮੈਲ ਕਰਕੇ ਸੁੱਕਿਆ ਹੋਇਆ ਇਹ ਮਨ ਹੈ, ਸੁੱਕਿਆ ਹੋਇਆ ਇਹ ਸਾਡਾ ਜੀਵਨ ਹੈ, ਇਸ ਨੂੰ ਹਰਿਆ ਭਰਿਆ ਕਰਨ ਵਾਲਾ ਉਸ ਨੂੰ ਹਰ ਆਖਿਆ ਜਾਂਦਾ ਹੈ। ਜਾਂ ਹਰ ਦਾ ਅਰਥ ਕੀਤਾ ਜਾਂਦਾ ਹੈ ਕਿ ਜਿਹੜਾ ਸਾਡੇ ਪਾਪਾਂ ਨੂੰ ਹਰ ਮਹੀਨੇ ਨਾਸ਼ ਕਰਨ ਵਾਲਾ। ਜਾਂ ਹਰ ਦਾ ਅਰਥ ਕੀਤਾ ਜਾਂਦਾ ਹੈ ਹਰ ਜਗ੍ਹਾ ਸਮਾਇਆ ਹੋਇਆ। ਜਾਂ ਹਰ ਦਾ ਅਰਥ ਕੀਤਾ ਜਾਂਦਾ ਹੈ ਪਾਣੀ, ਜਿਹੜਾ ਪਾਣੀ ਦੇ ਵਿੱਚ ਸਮਾਇਆ ਹੋਇਆ ਪਰਮੇਸ਼ਰ ਹੈ। ਜਾਂ ਹਰ ਦਾ ਅਰਥ ਕੀਤਾ ਜਾਂਦਾ ਹੈ ਅਗਨੀ, ਜਿਹੜਾ ਅੱਗ ਦੇ ਵਿੱਚ ਵੀ ਸਮਾਇਆ ਹੋਇਆ ਪਰਮੇਸ਼ਰ ਹੈ। ਜਾਂ ਅੱਗ ਦਾ ਅਰਥ, ਹਰ ਦਾ ਅਰਥ ਕੀਤਾ ਜਾਂਦਾ ਹੈ ਮੋਰ, ਜਿਹੜਾ ਮੋਰ ਆਦਿਕ ਪੰਛੀਆਂ ਦੇ ਵਿੱਚ ਵੀ ਸਮਾਇਆ ਹੋਇਆ ਪਰਮੇਸ਼ਰ ਹੈ। ਇਸ ਪ੍ਰਕਾਰ ਦੇ ਜਿਹੜੇ ਵਾਹਿਗੁਰੂ ਜੀ ਹਨ, ਜੋ ਹਰ ਕੰਤ ਮਿਲਾਈਆ, ਜਿਨ੍ਹਾਂ ਜਿਨ੍ਹਾਂ ਇਸਤਰੀ ਰੂਪ, ਜੀਵ ਰੂਪ ਇਸਤਰੀਆਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਸੇ ਵਿਛੁੜ ਕਤਹਿ ਨਾ ਜਾਏ। ਜਿਵੇਂ ਆਪਾਂ ਸਵੇਰੇ ਵੀ ਇਹ ਗੱਲ ਕੀਤੀ ਸੀ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ, ਕਿ ਜਿਹੜੇ ਇਹ ਮਾਤਾ ਪਿਤਾ ਨੇ, ਭੈਣ ਭਰਾ ਨੇ, ਸਾਕ ਸੰਬੰਧੀ ਨੇ, ਇਹ ਪਿਛਲੇ ਕਰਮਾਂ ਦੇ ਅਨੁਸਾਰ ਸਾਨੂੰ ਇਸ ਜਨਮ ਦੇ ਵਿੱਚ ਪ੍ਰਾਪਤ ਹੋਏ ਨੇ। ਪਰ ਨਾਲ ਗੱਲ ਇਹ ਵੀ ਹੈ ਕਿ ਅੰਤਹਿ ਕੋ ਨਾ ਸਹਾਈ, ਅਖੀਰ ਵੇਲੇ ਜਦੋਂ ਇਸ ਸਰੀਰ ਦੇ ਵਿੱਚੋਂ ਹੱਡਾਂ ਕੂ ਕਟਕਾਏ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕਟਕਾਏ, ਜਦੋਂ ਉਹ ਸਮਾਂ ਆਵੇਗਾ ਉਦੋਂ ਕਿਸੇ ਨੇ ਨਾਲ ਨਹੀਂ ਜਾਣਾ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਧਰਿਆ ਦਾ ਅਰਥ ਹੁੰਦਾ ਹੈ ਆਸਰਾ। ਇਹਨਾਂ ਦੇ ਵਿੱਚੋਂ ਸਾਡਾ ਕੋਈ ਵੀ ਅਖੀਰ ਵੇਲੇ ਪਰਲੋਕ ਦੇ ਅੰਦਰ ਸਾਡਾ ਆਸਰਾ ਨਹੀਂ ਬਣ ਸਕਦਾ। ਇਸ ਲਈ ਸਤਿਗੁਰੂ ਸਾਹਿਬਾਨ ਜੀ ਬਚਨ ਉਚਾਰਨ ਕਰਦੇ ਨੇ ਕਿ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਆਸਰਾ ਮਿਲ ਜਾਂਦਾ ਹੈ, ਸੇ ਵਿਛੁੜ ਕਤਹਿ ਨਾ ਜਾਏ। ਉਹ ਫਿਰ ਪਰਮੇਸ਼ਰ ਵਾਹਿਗੁਰੂ ਦਾ, ਗੁਰੂ ਦਾ ਜਿਹੜਾ ਦਰਬਾਰ ਹੈ, ਗੁਰੂ ਦਾ ਜਿਹੜਾ ਦਰਵਾਜ਼ਾ ਹੈ, ਉਹ ਛੱਡ ਕੇ ਕਿਸੇ ਹੋਰ ਜਗ੍ਹਾ ਭਟਕਦੇ ਨਹੀਂ ਫਿਰਦੇ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਏ। ਸਤਿਗੁਰ ਸਾਹਿਬਾਨ ਜੀ ਬਚਨ ਉਚਾਰਨ ਕਰਦੇ ਹਨ ਕਿ ਪ੍ਰਭੂ ਵਾਹਿਗੁਰੂ ਜੀ ਦੇ ਦਰਬਾਰ ਤੋਂ ਬਿਨਾਂ, ਵਾਹਿਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਦੂਜਾ ਕੋ ਨਹੀਂ, ਹੋਰ ਕੋਈ ਦਿਸਦਾ ਹੀ ਨਹੀਂ। ਹਾਂ, ਕਿਸੇ ਦੇ ਅੰਦਰ ਕੋਈ ਖੂਬੀ ਹੁੰਦੀ ਹੈ, ਕਿਸੇ ਦੇ ਅੰਦਰ ਕੋਈ ਖੂਬੀ ਹੁੰਦੀ ਹੈ। ਹੋ ਸਕਦਾ ਹੈ ਕਿ ਕੋਈ ਵੱਧ ਤੋਂ ਵੱਧ ਜਾਦੂਗਰ ਹੋਵੇ, ਹੋ ਸਕਦਾ ਹੈ ਕਿ ਕੋਈ ਵੱਧ ਤੋਂ ਵੱਧ ਕਰਾਮਾਤੀ ਹੋਵੇ, ਪਰ ਪਰਮੇਸ਼ਰ ਵਾਹਿਗੁਰੂ ਔਰ ਗੁਰੂ ਸਾਹਿਬਾਨਾਂ ਤੋਂ ਬਿਨਾਂ, ਕਿਉਂਕਿ ਗੁਰਬਾਣੀ ਦਾ ਇਹ ਵਾਕ ਹੈ ਕਿ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਅਨੰਤ ਕਲਾ ਹੋਏ ਠਾਕੁਰ ਚੜਿਓ।
ਇਸ ਸੰਸਾਰ ਦੇ ਉੱਪਰ ਆਪ ਪਰਮੇਸ਼ਰ ਵਾਹਿਗੁਰੂ ਅਨੇਕਾਂ ਸ਼ਕਤੀਆਂ ਦੇ ਮਾਲਕ ਹੋ ਕਰਕੇ ਸੰਸਾਰ 'ਤੇ ਵਿਚਰੇ ਨੇ ਸਰਗੁਣ ਸਰੂਪ ਦੇ ਅੰਦਰ। ਤੇ ਸਤਿਗੁਰ ਸਾਹਿਬਾਨ ਜੀ ਬਚਨ ਉਚਾਰਨ ਕਰਦੇ ਨੇ, ਪ੍ਰਭ ਬਿਨ ਦੂਜਾ ਕੋ ਨਹੀਂ। ਹੈ ਤਾਂ ਹੋਰ ਵੀ ਬਹੁਤ ਦਿਸਦੇ ਨੇ, ਪੀਰ ਪੈਗੰਬਰ ਮਹਾਤਮਾ ਦਿਸਦੇ ਨੇ, ਪਰ ਜਿੰਦੀ ਤੁਲਨਾ ਪਰਮੇਸ਼ਰ ਦੇ ਨਾਲ ਕੀਤੀ ਜਾਵੇ ਐਸਾ ਨਹੀਂ ਦਿਸਦਾ। ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ। ਨਾਨਕ ਹਰਿ ਸਰਨਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ ਕਿ ਐਸੇ ਵਾਹਿਗੁਰੂ ਦੇ, ਐਸੇ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਗੁਰੂ ਸਾਹਿਬਾਨਾਂ ਦੀ ਸ਼ਰਨ ਦੇ ਵਿੱਚ ਜਾਣਾ ਕਰੋ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਏ। ਸਤਿਗੁਰ ਸਾਹਿਬਾਨ ਜੀ ਬਚਨ ਉਚਾਰਨ ਕਰਦੇ ਨੇ, ਜਿਨ੍ਹਾਂ ਮਇਆ ਹਰ ਰਾਏ। ਜਿਨ੍ਹਾਂ ਗੁਰਸਿੱਖਾਂ ਦੇ ਉੱਪਰ, ਜਿਨ੍ਹਾਂ ਮਨੁੱਖਾਂ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਦੀ ਮਇਆ ਮੈਨੇ ਕਿਰਪਾ, ਮਇਆ ਦੇ ਅਰਥ ਨੇ ਕਿਰਪਾ ਦ੍ਰਿਸ਼ਟੀ, ਇਹ ਹੋ ਜਾਂਦੀ ਹੈ, ਉਹਨਾਂ ਨੂੰ ਅਸੂ ਸੁਖੀ ਵਸੰਦੀ ਆ। ਉਹ ਇਸ ਜੀਵਨ ਰੂਪ ਇਸ ਅਸੂ ਦੇ ਮਹੀਨੇ ਦੇ ਅੰਦਰ ਸੁਖੀ ਵਸਦੇ ਨੇ। ਹਮੇਸ਼ਾ ਰਹਿਣ ਵਾਲਾ ਜਿਹੜਾ ਸੁਖ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਆਪਾਂ ਸਾਰੇ ਗੁਰਸਿੱਖਾਂ ਨੇ ਇਹ ਵੀ ਯਤਨ ਕਰਨਾ ਹੈ ਕਿ ਆਪਾਂ ਸਤਿਗੁਰ ਸਾਹਿਬਾਨ ਜੀ ਦੇ ਜਿੱਥੇ ਹਜ਼ੂਰ ਹਾਜ਼ਰੀ ਭਰਦੇ ਹਾਂ ਉੱਥੇ ਨਾਲ ਨਾਲ ਆਪਾਂ ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ ਤੇ ਅੱਗੇ ਆਪਣੇ ਬੱਚਿਆਂ ਨੂੰ ਪੜ੍ਹਾਉਣੀ, ਕਿਉਂਕਿ ਇਹ ਵੀ ਇੱਕ ਖਜ਼ਾਨਾ ਹੈ, ਇਹ ਵੀ ਇੱਕ ਵਿਰਾਸਤ ਹੈ। ਜਿਵੇਂ ਸਕੂਲ ਕਾਲਜਾਂ ਦੇ ਅੰਦਰ ਟੀਚਰ ਆਖਦੇ ਆ ਕਿ ਭੰਗੜਾ ਵੀ ਸਾਡੀ ਵਿਰਾਸਤ ਹੈ। ਉਹ ਸਾਡੀ ਵਿਰਾਸਤ ਨਹੀਂ, ਸਾਡੀ ਵਿਰਾਸਤ ਹੈ ਗੱਤਕਾ, ਸਾਡੀ ਵਿਰਾਸਤ ਹੈ ਸ਼ਸਤਰ ਵਿੱਦਿਆ, ਸਾਡੀ ਵਿਰਾਸਤ ਹੈ ਸ਼ਾਸਤਰ ਵਿੱਦਿਆ। ਤੁਸੀਂ ਦੇਖੋ ਆਪਾਂ ਬੱਚਿਆਂ ਨੂੰ ਸਕੂਲਾਂ ਦੇ ਅੰਦਰ ਪੜ੍ਹਨ ਦੇ ਲਈ ਭੇਜਦੇ ਹਾਂ, ਪਰ ਦੇਖੋ ਕਈ ਸਕੂਲਾਂ ਨੇ ਤਾਂ ਇੱਥੋਂ ਤੱਕ ਕੀਤਾ ਹੋਇਆ ਕਿ ਜਿਹੜਾ ਵੀ ਬੱਚਾ ਪੜ੍ਹਨ ਦੇ ਲਈ ਪਾਉਣਾ ਹੈ ਉਸ ਨੂੰ ਅਸੀਂ ਡਾਂਸ ਜ਼ਰੂਰ ਸਿਖਾਵਾਂਗੇ, ਭੰਗੜਾ ਜ਼ਰੂਰ ਪਾਵੇਗਾ। ਇਸ ਲਈ ਆਪਾਂ ਆਪਣੇ ਕੁੜੀ ਮੁੰਡਿਆਂ ਨੂੰ ਸਿਰਫ ਨਚਾਰ ਨਾ ਬਣਾਈਏ। ਇਸ ਨਗਰ ਦੇ ਅੰਦਰ ਵੀ ਗੱਤਕਾ ਖੇਡਿਆ ਜਾਂਦਾ ਹੈ। ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਸਿਖਾਈਏ। ਸ਼ਸਤਰ ਵਿੱਦਿਆ ਦੇ ਨਾਲ ਇੱਕ ਤਾਂ ਜਿਹੜਾ ਸਰੀਰ ਹੈ ਉਹ ਕਾਇਮ ਰਹਿੰਦਾ ਹੈ, ਸਰੀਰ ਦੇ ਅੰਦਰ ਜਿਹੜੀ ਐਨਰਜੀ ਹੈ ਉਹ ਬਣੀ ਰਹਿੰਦੀ ਹੈ, ਅਤੇ ਦੂਸਰਾ ਮਨੁੱਖ ਆਪਣੀ ਰੱਖਿਆ ਖੁਦ ਕਰ ਸਕਦਾ ਹੈ। ਜੇ ਆਪਾਂ ਸੋਚੀਏ ਕਿ ਰਾਤ ਨੂੰ ਆਪਾਂ ਘਰੇ ਸੁੱਤੇ ਹਾਂ ਅਤੇ ਆਪਾਂ ਨੂੰ ਕੋਈ ਅਬੋਹਰ ਤੋਂ ਚੱਲ ਕੇ ਕੋਈ ਪੁਲਿਸ ਆ ਕੇ ਬਚਾਵੇਗੀ, ਇੱਦਾਂ ਨਹੀਂ ਹੋਵੇਗਾ। ਜੇ ਸਾਨੂੰ ਕੋਈ ਮਾਰਨ ਪੈਂਦਾ ਹੈ, ਸਾਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਾਨੂੰ ਆਪਣੀ ਰੱਖਿਆ ਆਪ ਖੁਦ ਕਰਨੀ ਪਵੇਗੀ। ਇਸ ਲਈ ਸਤਿਗੁਰ ਸਾਹਿਬਾਨ ਜੀ ਦੇ ਹਜ਼ੂਰ ਬੇਨਤੀਆਂ ਕਰੀਏ, ਤਰਲਾ ਲਈਏ ਕਿ ਸੱਚੇ ਪਾਤਸ਼ਾਹ ਜੀਓ ਅਸੀਂ ਸਿਰਫ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਰੱਖ ਲਵੋ ਚਾਹੇ ਮਾਰ ਦਿਓ, ਅਸੀਂ ਤੁਹਾਡੇ ਹਾਂ। ਸ਼ਰਨ ਦੇ ਵਿੱਚ ਪੈ ਕੇ ਵੇਖੀਏ, ਅਤੇ ਪੈਣ ਦੇ ਨਾਲ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹ ਨੇ ਕੇਸ, ਕਿਉਂਕਿ ਕਿਸੇ ਦੀ ਸ਼ਰਨ ਪੈਣ ਦਾ ਮਤਲਬ ਇਹ ਹੁੰਦਾ ਕਿ ਉਸ ਦੀ ਗੱਲ ਮੰਨਣੀ। ਅਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਦਾਖਲ ਹੋਣ ਦੇ ਲਈ ਇਹ ਹੈ ਕਿ ਆਪਣੇ ਕੇਸ ਨਾ ਕਟਾਓ। ਕੋਈ ਆਪਾਂ ਨੂੰ ਵੇਖ ਕੇ ਉਹਨੂੰ ਕਨਫਿਊਜ਼ਨ ਨਾ ਹੋਵੇ, ਉਲਝੇ ਨਾ ਵੀ ਇਹ ਸਿੱਖ ਨੇ ਜਾਂ ਕੌਣ ਨੇ। ਉਹ ਆਪਾਂ ਨੂੰ ਦੇਖਦਿਆਂ ਸਾਰ ਸਮਝ ਜਾਵੇ ਕਿ ਇਹ ਉਹੀ ਕੌਮ ਹੈ ਜਿਹੜੀ ਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੀ ਸੀ। ਅੱਜ ਕੱਲ੍ਹ ਦੇ ਜਿਹੜੇ ਇਹ ਟਰੈਂਡ ਚੱਲੇ ਨੇ ਕਿ ਸਿਰ ਦੇ ਕੇਸ ਰੱਖ ਕੇ ਅਤੇ ਦਾੜ੍ਹੀਆਂ ਕਟਾ ਲੈਣੀਆਂ, ਇਹ ਕੋਈ ਸਿਆਣਪ ਨਹੀਂ ਹੈ। ਜਾਂ ਤਾਂ ਇੱਕੋ ਬੰਨੇ ਹੋ ਜਾਓ, ਸਾਰੀ ਘੋਣ ਮੋਣ ਕਰਾ ਕੇ ਰੋਡੇ ਹੋ ਜਾਓ, ਫਿਰ ਤਾਂ ਚਲੋ ਵੱਖਰੀ ਗੱਲ ਹੈ। ਪਰ ਜੇ ਆਪਾਂ ਗੁਰੂ ਨੂੰ ਜਾਣ ਦੇਣੀ ਹੈ ਅਤੇ ਕੇਸਾਧਾਰੀ ਜ਼ਰੂਰ ਹੋਈਏ। ਮਾਤਾਵਾਂ ਭੈਣਾਂ ਵੀ ਆਪਣੇ ਜਿਹੜੇ ਕੇਸ ਨੇ ਉਹ ਕਟਾਇਆ ਨਾ ਕਰੋ। ਕੇਸ ਕਟਾ ਕੇ ਕੋਈ ਆਪਾਂ ਬਹੁਤੇ ਸੋਹਣੇ ਨਹੀਂ ਬਣ ਜਾਂਦੇ। ਸਤਿਗੁਰ ਸਾਹਿਬਾਨ ਜੀ ਸਾਡੇ ਉੱਪਰ ਕਿਰਪਾ ਕਰਨ
ਇਹ ਜਿਹੜੀਆਂ ਵਿਚਾਰਾਂ ਨੇ ਇਹਨਾਂ ਨੂੰ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਧਾਰਨ ਕਰ ਸਕੀਏ, ਜਿਸ ਦੇ ਨਾਲ ਆਪਾਂ ਗੁਰੂ ਕੇ ਸਿੱਖ ਅਖਵਾ ਸਕੀਏ। ਇਹ ਜਿਹੜਾ ਅੱਸੂ ਦਾ ਮਹੀਨਾ ਹੈ ਜੋ ਅੱਜ ਪ੍ਰਾਰੰਭ ਹੋ ਰਿਹਾ ਹੈ, ਇਹ ਸਾਡੇ ਸਾਰੇ ਗੁਰਸਿੱਖਾਂ ਦੇ ਲਈ, ਜਿੱਥੇ ਅਸੀਂ ਸੰਸਾਰੀ ਕੰਮ ਧੰਦੇ ਕਰਨੇ ਨੇ, ਉੱਥੇ ਨਾਲ ਨਾਲ ਸੇਵਾ ਸਿਮਰਨ ਅਤੇ ਗੁਰਬਾਣੀ ਪੜ੍ਹਦਿਆਂ ਹੋਇਆਂ ਇਹ ਸਾਡਾ ਸਫਲਾ ਹੋਵੇ, ਜਿਸ ਦੇ ਨਾਲ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕੇ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਹੁਣ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੋ ਜੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।